बिस्मिल्लाहिर्रहमानिर्रहीम। मेरे अजीज दोस्तों, भैनों ते भराओ, बजुर्गों ते बच्चों, सारिਆਂ ਨੂੰ ਮੇਰੀ ਤਰਫੋਂ अस्सलाम वालेकुम वरहमतुल्लाहि वबरकातुहू। ਅੱਜ ਤੋਂ ਕੋਈ 25-26 ਵਰੇ ਪਹਿਲੇ ਮੇਰਾ ਸਭ ਤੋਂ ਛੋਟਾ ਬੇਟਾ ਆਪਣੇ ਦਫ਼ਤਰ ਤੋਂ ਆਇਆ ਤੇ ਬੜਾ ਪਰੇਸ਼ਾਨ ਜਿਹਾ ਲੱਗਦਾ ਸੀ। ਤੇ ਮੈਂ ਉਹਨੂੰ ਪੁੱਛਿਆ ਕਿ ਕੀ ਗੱਲ ਹੈ। ਪਹਿਲੇ ਤੇ ਉਹ ਬੋਲਿਆ ਨਹੀਂ, ਫਿਰ ਬੋਲਣ ਲਿਆ ਤੇ ਕਹਿੰਦਾ ਕਿ ਮੈਂ ਅੱਜ ਦਫ਼ਤਰ ਵਿੱਚ ਸਾਂ ਤੇ ਉੱਥੇ ਮੇਰਾ ਇੱਕ ਕੋਲੀਗ ਹੈ, ਉਹਨੇ MDA ਦੇ ਮੁਤਲਕ ਬੜੀਆਂ ਹੀ ਭੈੜੀਆਂ ਗੱਲਾਂ ਕੀਤੀਆਂ ਨੇ ਤੇ ਅਖੀਰ ਵਿੱਚ ਕਹਿੰਦਾ ਸੀ ਕਿ ਤੁਹਾਡਾ ਜਿਹੜਾ ਮਿਰਜ਼ਾ ਸਾਹਿਬ ਨੇ ਉਹਦੇ ਟਾਇਲਟ ਵਿੱਚ ਡਿੱਗ ਕੇ ਫੌਤ ਹੋਏ ਸਨ। ਤੇ ਇਹਦੇ ਵਿੱਚ ਹਕੀਕਤ ਕੀ ਹੈ? ਮੇਰੇ ਪੁੱਤਰ ਨੇ ਮੈਨੂੰ ਪੁੱਛਿਆ ਤੇ ਮੈਨੂੰ ਇੱਕਦਮ ਜਿਹੜਾ ਨਾ ਮੇਰੇ ਬਚਪਨ ਦਾ ਵਾਕਿਆ ਯਾਦ ਆ ਗਿਆ ਕਿ ਮੈਂ ਉਸ ਵੇਲੇ 8ਵੀਂ ਜਮਾਤ ਵਿੱਚ ਪੜ੍ਹਦਾ ਸਾਂ। 14 ਸਾਲ ਮੇਰੀ ਉਮਰ ਸੀ ਤੇ ਸਾਰੇ ਜਿੰਨੇ ਵੀ ਮੇਰੇ ਦੋਸਤ ਯਾਰ ਸਨ ਉਹ ਜਾਣਦੇ ਸਨ ਕਿ ਮੈਂ ਅਹਿਮਦੀ ਹਾਂ। ਤੇ ਇੱਕ ਮੁੰਡਾ ਜਿਹੜਾ ਜਮਾਤ ਇਸਲਾਮੀ ਦਾ ਸੀ ਉਹ ਮੈਨੂੰ ਬਾਰ-ਬਾਰ ਉਹੀ ਗੱਲ, ਤੁਹਾਡਾ ਮਿਰਜ਼ੇ ਦੀ ਕੋਈ ਪੇਸ਼ਗੋਈ ਪੂਰੀ ਨਹੀਂ ਹੋਈ, ਨਾ ਬਲੇਖ ਰਾਮ ਦੀ ਪੁੱਛੀ ਹੋਈ, ਨਾ ਫਲਾਣੇ ਦੀ ਹੋਈ, ਨਾ ਅੰਮ੍ਰਿਤਸਰੀ ਦੀ ਹੋਈ, ਇਹੋ ਜਿਹੀਆਂ ਗੱਲਾਂ ਕਰੀ ਜਾਏ ਔਰ ਇਹ ਵੀ ਕਹੇ ਜੀ ਕਿ ਉਹ ਟਾਇਲਟ ਵੀ ਡਿੱਗ ਕੇ ਫੌਤ ਹੋ ਗਏ। ਅਤੇ ਮੈਂ ਉਹਦਾ ਜਵਾਬ ਨਹੀਂ ਦਿੱਤਾ। ਮੇਰੇ ਨਾਲ ਵਾਲਾ ਮੁੰਡਾ ਪੁੱਛਦਾ ਕਿ ਬਈ ਜਵਾਬ ਕਿਉਂ ਨਹੀਂ ਦਿੰਦਾ ਪਿਆ? ਕਿਉਂਕਿ ਮੈंने ਜਵਾਬ ਦੇਣਾ ਬੰਦ ਕਰ ਦਿੱਤਾ ਸੀ, ਕਿਉਂਕਿ ਕੋਈ ਬਾਰ-ਬਾਰ ਉਹੀ ਗੱਲ, ਉਹੀ ਇਤਰਾਜ਼, ਕੋਈ ਨਵੀਂ ਗੱਲ ਨਹੀਂ। ਅਤੇ ਮੈਂ ਉਹਨੂੰ ਫਿਰ ਅਖੀਰ ਜਵਾਬ ਕਿਹਾ ਕਿ ਆਹੋ ਜੀ, ਇਹਨੂੰ ਤਾਂ ਪਤਾ ਹੈ ਕਿ ਮਿਰਜ਼ਾ ਸਾਹਿਬ ਕਿਸ ਤਰ੍ਹਾਂ ਫੌਤ ਹੋਏ ਨੇ। ਇਹਦੇ ਦਾਦੇ ਨੇ ਦੱਸਿਆ ਸੀ, ਕਿਉਂਕਿ ਇਹਦਾ ਦਾਦਾ ਜਿਹੜਾ ਸੀ ਨਾ ਉਹ ਟਾਇਲਟ ਦੇ ਬਾਹਰ ਪਾਣੀ ਦਾ ਲੋਟਾ ਲੈ ਕੇ ਖਲੋਤਾ ਹੋਇਆ ਸੀ। ਅਤੇ ਇਹ ਗੱਲ ਸੁਣ ਕੇ ਨਾ ਤਾਂ ਉਹ ਮੁੰਡੇ ਨੂੰ, ਜਮਾਤ ਇਸਲਾਮੀਵਾਦ ਦੇ ਮੁੰਡੇ ਨੂੰ ਅਤੇ ਅੱਗ ਲੱਗੀ। ਉਹ ਕੁੱਦ ਕੇ ਮੇਰੇ 'ਤੇ ਆਇਆ ਮੈਨੂੰ ਮਾਰਨ ਵਾਸਤੇ ਅਤੇ ਅੱਗੋਂ ਮੈਂ ਵੀ ਖੜ੍ਹਾ ਹੋ ਗਿਆ। ਫਿਰ ਚੰਗੀ ਹੁੰਦੜ ਮੁੱਕੀ ਹੋਈ ਅਤੇ ਲੜਦਿਆਂ ਹੀ ਸਾਡਾ ਟੀਚਰ ਆ ਗਿਆ। ਉਹਨੇ ਦੋਵਾਂ ਨੂੰ ਫੜ ਕੇ ਉਹ ਛਤਰੋਲ ਕੀਤੀ ਕਿ ਸਾਨੂੰ ਦੋਵਾਂ ਨੂੰ ਜਿਹੜਾ ਨਾ ਉਹ ਦਿਨ ਦੁਪਹਿਰੀ ਜਿਹੜਾ ਨਾ ਸ਼ਿਕਲ ਦੁਪਹਿਰੀ ਸਾਨੂੰ ਤਾਰੇ ਨਜ਼ਰ ਆਉਣ ਲੱਗ ਪਏ। ਅਤੇ ਟੀਚਰ ਨੇ ਕਿਹਾ ਕਿ ਤੁਸੀਂ ਇੱਥੇ ਪੜ੍ਹਨ ਆਉਂਦੇ ਹੋ ਕਿ ਲੜਨ ਆਉਂਦੇ ਹੋ, ਬਹਿਸਾਂ ਕਰਨ ਆਉਂਦੇ ਹੋ? ਇਹ ਗੱਲ ਮੈਂ ਆਪਣੇ ਪੁੱਤਰ ਨੂੰ ਦੱਸੀ, ਲੇਕਿਨ ਨਾਲ ਹੀ ਉਹਨੂੰ ਕਿਹਾ ਕਿ ਤੂੰ ਇਹੋ ਜਿਹਾ ਜਵਾਬ ਨਹੀਂ ਦੇਣਾ। ਉਹਨੂੰ ਇਹ ਜਵਾਬ ਦੇਣਾ ਕਿ ਤੁਹਾਡੇ ਕੋਲ ਕੋਈ ਇੰਡੀਪੈਂਡੈਂਟ ਬਿਜ਼ਨਸ ਹੈ ਜਿਹਨੇ ਖੁਦ ਦੇਖਿਆ ਹੋਵੇ। ਅਕਸਰ ਵਿੱਚ ਹੁੰਦਾ ਕੀ ਹੈ ਕਿ ਸਾਡੇ ਜਮਾਤ ਅਹਿਮਦੀਆ ਦੇ ਲਿਟਰੇਚਰ ਤੋਂ ਹੀ ਉਹ ਚੀਜ਼ਾਂ ਕੱਢ ਕੇ ਅਤੇ ਆਪਣੇ ਤੋਂ ਬਣਾ ਲੈਂਦੇ ਨੇ। ਹਾਲਾਂਕਿ ਇਹ ਹਜ਼ਰਤ ਅੰਮਾ ਜਾਨ ਮਸੀਹ ਮਊਦ अलैहिस्सलाम ਦੀ ਬੀਵੀ ਨੇ ਕੋਈ ਲਿਖਿਆ ਕਿ ਉਹ 25 ਮਈ 1908 ਨੂੰ ਜਿਹੜਾ ਸਾਰਾ ਦਿਨ ਬਿਜ਼ੀ ਰਹੇ ਔਰ ਪੂਰੀ ਇੱਕ ਕਿਤਾਬ 300 ਸਫ਼ੇ ਦੀ ਲਿਖੀ, ਪੈਗਾਮ ਸੁਲ੍ਹਾ, ਅਤੇ ਸ਼ਾਮ ਨੂੰ ਮਗਰਬ ਵੇਲੇ ਖ਼ਤਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਖਾਣਾ ਵੀ ਖਾਇਆ ਔਰ ਇਸ਼ਾ ਦੀ ਮਗਰਬ ਦੀ ਨਮਾਜ਼ ਅਤੇ ਇਸ਼ਾ ਦੀ ਨਮਾਜ਼ ਵੀ ਪੜ੍ਹੀ। ਉਸ ਤੋਂ ਬਾਅਦ ਉਹਨਾਂ ਨੇ 3 ਮੀਲ ਜਿਹੜਾ ਪੈਦਲ ਸਫ਼ਰ ਕੀਤਾ ਔਰ ਜਿਸਲੇ ਘਰ ਆ ਕੇ ਉਹ ਲੇਟਣ ਲੱਗੇ ਤਾਂ ਉਹਨਾਂ ਦੀ ਤਬੀਅਤ ਖ਼ਰਾਬ ਹੋ ਗਈ ਔਰ ਇਤਨੀ ਜ਼ਿਆਦਾ ਖ਼ਰਾਬ ਹੋਈ ਹੈ ਕਿ ਉਹ ਉੱਠਣ ਦੇ ਕਾਬਲ ਨਹੀਂ ਸਨ। ਉਹ ਉੱਠ ਕੇ ਟਾਇਲਟ ਦੀ ਵੀ ਨਹੀਂ ਸਨ ਜਾ ਸਕਦੇ। ਅਤੇ ਉਹਨਾਂ ਦੀ ਬੀਵੀ ਨੇ, ਜਿਹੜੀ ਹਜ਼ਰਤ ਅੰਮਾ ਜਾਨ ਨੇ ਸਾਡੇ ਵੱਲੋਂ, ਉਹਨਾਂ ਨੇ ਉਹਦੇ ਵਾਸਤੇ ਪਾਰਟੀ ਰੱਖੀ ਦੀ ਸੀ। ਅਤੇ ਇੱਕ ਵਾਰੀ ਉਹ ਉੱਠੇ ਨੇ ਅਤੇ ਜ਼ੋਫ ਇੰਨਾ ਸੀ ਕਿ ਉਹ ਉੱਥੋਂ ਡਿੱਗ ਪਏ ਨੇ ਔਰ ਉਹਨਾਂ ਦੇ ਸਿਰ 'ਤੇ ਚੋਟ ਵੀ ਲੱਗੀ ਥੋੜ੍ਹੀ ਜਿਹੀ। ਲੇਕਿਨ ਉਹ ਸਾਰਾ ਦਿਨ ਜਿਹੜਾ ਉਹ ਫਿਰ ਸਾਰੀ ਰਾਤ ਜਿਹੜੀ ਉਹ ਸੁੱਤੇ ਰਹੇ ਨੇ। ਸਵੇਰੇ ਜਿਹੜਾ ਨਾ ਫਜਰ ਦੀ ਨਮਾਜ਼ ਵੇਲੇ ਉੱਠੇ ਨੇ, ਨਮਾਜ਼ ਸ਼ੁਰੂ ਕੀਤੀ ਹੈ ਅਤੇ ਉੱਥੋਂ ਫਿਰ ਗਸ਼ੀ ਪੈ ਗਈ ਔਰ ਉਸ ਤੋਂ ਬਾਅਦ ਉਹਨਾਂ ਨੇ ਬਿਸਤਰੇ 'ਤੇ ਲਟਾਇਆ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ ਅਤੇ ਫਿਰ ਸਾਰੇ ਰਿਸ਼ਤੇਦਾਰ ਵੀ ਆਏ ਨੇ।
ਔਰ ਦੋਸਤ ਹੋਰ ਵੀ ਇਕੱਠੇ ਆ ਗਏ ਨੇ। ਅਤੇ ਸੁਬਾਹ 10 ਵਜੇ ਉਹ ਜਿਹੜਾ ਨਾ ਉਹ ਸਮਝਦੇ ਸਨ ਕਿ ਹਾਲੇ ਮੈਂ ਫਜਰ ਦੀ ਨਮਾਜ਼ ਪੜ੍ਹ ਰਿਹਾ, ਉਸੇ ਵਿੱਚ ਹੀ ਉਹ ਫੌਤ ਹੋ ਗਏ ਨੇ। ਇਹ ਤੇ ਉਹਦੀ ਕਹਾਣੀ ਹੈ। ਅਤੇ ਇਹ ਜਿਹੜੇ ਨਾ ਸਭ ਝੂਠ ਆਪਣੇ ਵੱਲੋਂ ਵਧਾ ਵਧਾ ਕੇ ਗੱਲਾਂ ਕਰੀ ਜਾਂਦੇ ਨੇ। ਔਰ ਹਕੀਕਤ ਹੈ ਵੇ ਕਿ ਇਹ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਸਾਡੇ ਲਿਟਰੇਚਰ 'ਚ ਮੌਜੂਦ ਨੇ। ਔਰ ਜਿਹੜਾ ਨਾ ਆਪਣੇ ਕੋਲ ਇੰਡੀਪੈਂਡੈਂਟ ਵਿਟਨੈਸ ਕੋਈ ਵੀ ਨਹੀਂ ਇਹਨਾਂ ਕੋਲ ਕਿ ਕੋਈ ਇਹ ਕਹਿ ਸਕੇ ਕਿ ਮੈਂ ਜਾ ਕੇ ਦੇਖਿਆ ਸੀ ਜਾਂ ਮੇਰੇ ਸਾਹਮਣੇ ਇਸ ਤਰ੍ਹਾਂ ਹੋਇਆ। ਉਹ ਸਾਡੇ ਲਿਟਰੇਚਰ ਤੋਂ ਲੈਂਦੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਗੈਰ ਮੁਸਲਿਮ ਜਿਹੜੇ ਨੇ ਉਹ ਜਿੰਨੇ ਵੀ ਤੁਸੀਂ ਉਹਨਾਂ ਨੇ ਇਤਰਾਜ਼ਾਤ ਸੁਣੋ, ਜਿੰਨੇ ਵੀ ਰਸੂਲ ਕਰੀਮ ਦੇ ਉੱਤੇ ਉਹਨਾਂ ਨੇ ਇਤਰਾਜ਼ ਕੀਤੇ ਨੇ। ਔਰ ਅਹਿਮਦ ਦੀਦਾਤ ਜਿਹੜਾ ਡਾਕਟਰ ਜ਼ਾਕਿਰ ਨਾਇਕ ਦਾ ਜਿਹੜਾ ਉਸਤਾਦ ਹੈ, ਉਹ ਬਾਰ ਦੱਸਦਾ ਸੀ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਇਲਜ਼ਾਮਾਤ ਜਿਹੜੇ ਨੇ ਉਹ 60 ਲੱਖ ਕਿਤਾਬਾਂ ਲਿਖੀਆਂ ਦੀਆਂ ਨੇ। ਔਰ ਇਸ ਤੋਂ ਗੰਦੇ ਇਲਜ਼ਾਮਾਤ, ਭੈੜੇ ਇਲਜ਼ਾਮਾਤ, ਉਹਨਾਂ ਦੇ ਜਿਹੜੇ ਨੇ ਇਸ਼ਕ ਦੀਆਂ ਗੱਲਾਂ ਜ਼ੈਨਬ ਦੇ ਨਾਲ ਅਤੇ ਮਾਰੀਆ ਕਿਪਤੀਆ ਦੇ ਨਾਲ, ਇਹੋ ਜਿਹੀਆਂ ਗੱਲਾਂ ਇੰਨੀਆਂ ਜ਼ਿਆਦਾ ਨੇ ਕਿ ਜਿਹਨੇ ਇਹ ਤਾਰੀਖਾਂ ਪੜ੍ਹੀ ਦੀਆਂ ਹੋਣ ਉਹ ਮਿਰਜ਼ਾ ਸਾਹਿਬ ਦੇ ਉੱਤੇ ਤਾਂ ਕੋਈ ਇਤਰਾਜ਼ ਕਰ ਹੀ ਨਹੀਂ ਸਕਦਾ। ਅਤੇ ਇਹ ਗੱਲਾਂ ਜਿਹੜੀਆਂ ਨੇ ਇਹ ਅਗਰ ਉਹਨਾਂ ਨੇ ਪੜ੍ਹੀਆਂ ਹੋਣ, ਉਹਨਾਂ ਨੂੰ ਕੋਈ ਥੋੜ੍ਹਾ ਜਿਹਾ ਆਪਣੇ ਮਜ਼ਹਬ ਦਾ ਇਲਮ ਹੋਵੇ ਕਿ ਰਸੂਲ ਕਰੀਮ ਦੀ ਵਫਾਤ ਕਿਸ ਤਰ੍ਹਾਂ ਹੋਈ ਸੀ, ਅਤੇ ਉਹ ਬਿਲਕੁਲ ਜਿਹੜਾ ਨਾ ਇਸਦੇ ਬਾਰੇ 'ਚ ਜਿਹੜਾ ਨਾ ਆਂਦਾ ਮੂੰਹ ਹੀ ਬੰਦ ਰੱਖਣ। ਅਤੇ ਜੇ ਦੋਸਤੋ ਅਤੇ ਅਜ਼ੀਜ਼ੋ, ਮੇਰਾ ਪਹਿਲੇ ਇੱਕ ਚੈਨਲ ਸੀ ਮੋਇਨੂਲ ਮਹਿਦੀ, ਉਹਦੇ ਵਿੱਚ 300-400 ਮੈਂ ਵੀਡੀਓ ਬਣਾ ਚੁੱਕਿਆ ਦਾ ਸਾਂ, ਅਪਲੋਡ ਵੀ ਕਰ ਚੁੱਕਾ ਦਾ ਸਾਂ। ਅਤੇ ਮੈਂ ਜਿਸਲੇ ਇਹ ਇੱਕ ਗੰਦੇ ਆਦਮੀ ਕੋਲੋਂ ਇਹੋ ਜਿਹੀ ਗੱਲ ਸੁਣੀ ਕਿ ਉਹ ਮਿਰਜ਼ਾ ਸਾਹਿਬ ਡਿੱਗੇ ਅਤੇ ਜਿਹੜਾ ਟਾਇਲਟ ਦੇ ਵਿੱਚ ਲੱਤ ਪੱਤ ਹੋ ਗਏ, ਅਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਜਿਹੜੀਆਂ ਦੂਰ ਤੱਕ ਕੋਈ ਤਾਲੁਕ ਨਹੀਂ। ਉਹਨੇ ਤਾਂ ਇੱਕ ਪਰ ਦੇਖ ਕੇ ਨਾ ਅਤੇ ਕਿਹਾ ਕਿ ਇੱਥੇ ਕਬੂਤਰਾਂ ਦੀ ਡਾਰ ਸੀ, ਇਹੋ ਜਿਹੀ ਗੱਲ ਕਰਤੀ। ਅਤੇ ਮੈਨੂੰ ਗੁੱਸਾ ਸੀ ਅਤੇ ਮੈਂ ਉਸ ਵੀਡੀਓ ਦਾ ਜਵਾਬ ਦਿੱਤਾ। ਔਰ ਮਦੀਨਾ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਜਿਹੜਾ ਨਾ ਉਹ ਕਲਿੱਪ ਵੀ ਲਗਾ ਦਿੱਤਾ, ਥੋੜ੍ਹਾ ਜਿਹਾ 4 ਮਿੰਟ ਦਾ ਹੋਣਾ। ਅਤੇ ਉਹਦੇ ਵਿੱਚ ਉਹ ਮਦੀਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਦੱਸਿਆ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਤਿਹ ਖੈਬਰ ਤੋਂ ਬਾਅਦ ਇੱਕ ਯੋਧਨ ਨੇ ਉਹ ਜ਼ਹਿਰ ਦੇ ਦਿੱਤਾ ਸੀ, ਅਤੇ ਉਹਦਾ ਅਸਰ ਜਿਹੜਾ ਨਾ ਉਹ 4 ਸਾਲ ਦੇ ਬਾਅਦ ਹੋਇਆ। ਔਰ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਫਾਤ ਤੋਂ 14 ਦਿਨ ਪਹਿਲੇ ਜਿਹੜੇ ਨਾ ਬਹੁਤ ਸਖਤ ਬਿਮਾਰ ਹੋ ਗਏ। ਔਰ ਉਹਨਾਂ ਦਾ ਜਿਸਮ ਇਸ ਤਰ੍ਹਾਂ ਜਿਹੜਾ ਨਾ ਪਿੰਡਾ ਇਸ ਤਰ੍ਹਾਂ ਭਖਦਾ ਸੀ ਜਿਸ ਤਰ੍ਹਾਂ ਕਿ ਅੱਗ ਲੱਗੀ ਦੀ ਹੈ। ਔਰ ਇੰਤਹਾਈ ਸਖਤ ਸਿਰ ਦਰਦ ਸੀ ਔਰ ਉੱਠ ਨਹੀਂ ਸਨ ਸਕਦੇ। ਅਤੇ ਉਹਨਾਂ ਦੇ ਵਾਸਤੇ ਹਜ਼ਰਤ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਨੇ ਪਾਰਟੀ ਰੱਖੀ ਦੀ ਸੀ। ਔਰ ਇਤਨੀ ਸਖਤ ਰਸੂਲ ਕਰੀਮ ਦੇ ਜਿਸਮ ਤੋਂ ਪਿੰਡੇ ਤੋਂ ਇੰਨਾ ਗਰਮੀ ਸੀ ਕਿ 7 ਆਦਮੀ ਬਾਲਟੀਆਂ ਭਰ ਕੇ ਲਿਆਂਦੇ ਸਨ ਅਤੇ ਉਹਨਾਂ 'ਤੇ ਸੁੱਟਦੇ ਸਨ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ, ਅਤੇ ਤਾਂ ਉਹਨਾਂ ਨੂੰ ਜਿਹੜਾ ਨਾ ਥੋੜ੍ਹਾ ਜਿਹਾ ਸਕੂਨ ਆਉਂਦਾ ਸੀ। ਔਰ ਆਖਰ ਵੇਲੇ ਜਿਸਲੇ ਉਹ ਫੌਤ ਹੋਣ ਲੱਗੇ ਨੇ ਅਤੇ ਉਸ ਵੇਲੇ ਵੀ ਉਹਨਾਂ ਨੇ ਹਜ਼ਰਤ ਆਇਸ਼ਾ ਸਿੱਦੀਕਾ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਜਿਸ ਤਰ੍ਹਾਂ ਮੇਰਾ ਕਿਸੇ ਨੇ ਇਸ਼ਾਰਾ ਕਰ ਦਿੱਤੀ ਹੈ। ਅਤੇ ਇਹ ਗੱਲ ਜਿਹੜੀ ਹੈ ਇਹਨਾਂ ਨੇ ਪੜ੍ਹੀ ਦੀ ਹੋਵੇ ਅਤੇ ਫਿਰ ਮਸੀਹ ਮਊਦ ਇਸਲਾਮ 'ਤੇ ਕਹਿਣ ਕਿ ਜਿਨ੍ਹਾਂ ਨੂੰ ਇੱਕ ਰਾਤ ਸਿਰਫ ਤਕਲੀਫ ਹੋਈ ਹੈ। ਔਰ ਉਹਨਾਂ ਨੂੰ ਜਿਹੜਾ ਨਾ ਉਹਨਾਂ ਵਾਸਤੇ ਉਹਨਾਂ ਦੀ ਵਾਈਫ ਨੇ ਇੱਕ ਰਾਤ ਵਾਸਤੇ ਪਾਰਟੀ ਰੱਖੀ ਹੈ। ਔਰ ਲੋਕਾਂ ਨੇ ਇਹ ਕੁਛ ਬਣਾ ਲਿਆ ਕਿ ਜਿਹੜਾ ਪਤਾ ਹੀ ਜਿਹਦਾ ਵੀ ਇੰਨਾ ਐਗਜ਼ੈਜਰੇਸ਼ਨ ਹੈ, ਇੰਨੀ ਜ਼ਿਆਦਾ ਵਧਾ ਚੜ੍ਹਾ ਕੇ ਇੰਨੀਆਂ ਗੱਪਾਂ ਮਾਰੀ ਦੀਆਂ ਨੇ ਕਿ ਜਿਹੜਾ ਨਾ ਆਦਮੀ ਦੇਖ ਕੇ ਤਾਂ ਇੱਕ ਅਹਿਮਦੀ ਵਾਸਤੇ ਪਰੇਸ਼ਾਨ ਹੋ ਜਾਂਦੇ ਨੇ। ਅਤੇ ਇਸ ਤੋਂ ਬਾਅਦ ਇੱਕ ਹੋਰ ਪਾਕਿਸਤਾਨੀ ਮੁਲਹਿਦ ਹੈ
ਜਿਹੜਾ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਗੰਦੇ ਅਤੇ ਜਿਨਸੀ ਇਲਜ਼ਾਮਾਤ ਲਗਾਉਂਦਾ ਹੈ, ਔਰ ਸਹਾਬਾ ਨੂੰ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਨਾ ਉਹ ਦਲੀਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਉਹ ਕਹਿੰਦਾ ਜੀ ਕਿ ਕੁਰਾਨ ਕਹਿ ਰਿਹਾ ਕਿ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਕੁਰਾਨ ਸ਼ਰੀਫ ਵਿੱਚ ਕਿਹਾ ਗਿਆ ਅੱਲਾ ਨੇ ਕਿ ਅਗਰ ਤੂੰ ਕੋਈ ਗਲਤ ਗੱਲ ਕਰੇਂਗਾ ਜਿਹੜੀ ਮੈਂ ਤੈਨੂੰ ਨਹੀਂ ਦੱਸੀ ਤੇ ਮੈਂ ਤੇਰੀ ਸ਼ਾਹ ਕੱਟ ਦਿਆਂਗਾ, ਸ਼ਾਹਰਾਹ ਕੱਟ ਦਿਆਂਗਾ, ਔਰ ਤੈਨੂੰ ਜਿਹੜਾ ਨਾ ਤੇਰਾ ਕੋਈ ਵੀ ਮਦਦਗਾਰ ਨਹੀਂ ਹੋਏਗਾ। ਤੇ ਦੇਖ ਲਿਆ ਉਹਨੇ ਸਾਰਾ ਕੁਰਾਨ ਹੀ ਜਿਹੜਾ ਨਾ ਆਪੂ ਘੜਿਆ ਦਾ ਸੀ, ਤੇ ਅਖੀਰ ਵਿੱਚ ਉਹਨੇ ਆਪੂ ਮੰਨਿਆ ਕਿ ਮੇਰੀ ਸ਼ਾਹ ਇਸ ਤਰ੍ਹਾਂ ਮਾਲੂਮ ਹੁੰਦਾ ਜਿਸ ਤਰ੍ਹਾਂ ਮੇਰੀ ਸ਼ਾਹਰਾਹ ਕੱਟੀ ਗਈ ਦੀ ਹੈ। ਨਊਜ਼ ਬਿੱਲਾ ਮਿਨ ਜ਼ਾਲਿਕ। ਇਹੋ ਜਿਹੀਆਂ ਤੇ ਗੱਲਾਂ ਗੈਰ ਮੁਸਲਿਮ ਕਰਦੇ ਨੇ। ਔਰ ਸਭ ਤੋਂ ਵੱਡੀ ਇਹ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਉਹ ਇਹ ਵੇ ਕਿ ਜਿਹੜੇ ਅਹਿਮਦੀਆਂ ਦੇ ਦੁਸ਼ਮਣ ਨੇ ਨਾ, ਉਹ ਜ਼ਿਆਦਾ ਸਾਰਾ ਜਿੰਨੇ ਵੀ ਇਲਜ਼ਾਮਾਤ ਨੇ ਨਾ ਉਹ ਅਹਿਮਦੀਆਂ ਦੇ ਲਿਟਰੇਚਰ ਤੋਂ ਲੈ ਕੇ ਕਰਦੇ ਨੇ, ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਰੇ ਜਿੰਨੇ ਵੀ ਗੈਰ ਮੁਸਲਿਮ ਨੇ, ਜਿੰਨੇ ਵੀ ਜਿਹੜੇ ਰਸੂਲ ਕਰੀਮ 'ਤੇ ਇਤਰਾਜ਼ ਕਰਦੇ ਨੇ, ਔਰ ਰਸੂਲ ਕਰੀਮ ਦੀਆਂ ਹਦੀਸਾਂ ਤੋਂ ਕਰਦੇ ਨੇ, ਔਰ ਹਦੀਸਾਂ ਕੋਟ ਕਰਦੇ ਨੇ, ਔਰ ਮੁਸਲਮਾਨ ਉਹਦਾ ਕੋਈ ਜਵਾਬ ਨਹੀਂ ਦੇ ਸਕਦੇ। ਤੜਫਦੇ ਨੇ, ਫੜਕਦੇ ਨੇ ਕਿ ਸਾਡਾ ਇਹ ਨਾਲ ਕੀ ਹੋ ਗਿਆ, ਕਿਉਂਕਿ ਹਦੀਸਾਂ ਵਿੱਚ ਇਹੋ ਜਿਹੀ ਗੱਲਾਂ ਲਿਖੀ ਦੀਆਂ ਨੇ ਕਿ ਉਹ ਜਿਹੜੇ ਨਾ ਹਜ਼ਰਤ ਜ਼ੈਨਬ ਦੇ ਮਾਰੀਆ ਕਿਬਤੀਆ ਦੇ ਕਿੱਸੇ ਤੇ ਹੋਰ ਜਿਹੜੇ ਨੇ ਜਾਓ ਤੇ ਉਹਨਾਂ ਦੀ ਜਿਹੜੀ ਇੱਕ ਗੁਲਾਮ ਸੀ ਉਹਦੇ ਨਾਲ ਫਲਾਣੇ ਨੇ ਕੁਛ ਕਰਤਾ ਤੇ ਉਹਨੂੰ ਹਜ਼ਰਤ ਅਲੀ ਨੂੰ ਕਿਹਾ ਕਿ ਜਾ ਇਹਦਾ ਸਿਰ ਕੱਟ ਦੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਹਦੀਸਾਂ ਵਿੱਚ ਹੈ ਨੇ, ਤੇ ਉਹ ਇਹਨਾਂ ਗੱਲਾਂ ਤੋਂ ਹਦੀਸਾਂ ਤੋਂ ਲੈ ਕੇ ਤੇ ਕੁਰਾਨ ਦੇ ਉੱਤੇ ਲੈ ਕੇ ਤੇ ਜਿਹੜਾ ਨਾ ਉਹ ਜਿਹੜੀਆਂ ਨੇ ਇਤਰਾਜ਼ਾਤ ਕਰਦੇ ਨੇ। ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ। ਇਹ ਜਿਹੜਾ ਨਾ ਇਹ ਅਗਰ ਜ਼ਰਾ ਸਾਰੀ ਵੀ ਸ਼ਰਮ ਹੋਵੇ ਤੇ ਇਹੋ ਜਿਹੇ ਇਤਰਾਜ਼ ਕਦੀ ਵੀ ਨਾ ਕਰਨ। ਮੈਂ ਹੁਣ ਵੀਡੀਓ ਲੰਬੀ ਹੋ ਜਾਏਗੀ ਤੇ ਮੈਂ ਇੱਥੇ ਖ਼ਤਮ ਕਰਨਾ। ਤੇ ਮੇਰੇ ਸਾਰੇ ਅਜ਼ੀਜ਼ਾਂ ਤੇ ਭੈਣ ਭਰਾਵਾਂ ਨੂੰ ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹੂ।